ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਵਧਾਈ ਅੰਤਰਰਾਸ਼ਟਰੀ ਯਾਤਰਾ ਦੇ ਉੱਪਰ ਰੋਕ। 21 ਫਰਵਰੀ ਤੱਕ ਰੋਕ ਦਾ ਕੀਤਾ ਗਿਆ ਐਲਾਨ। ਬਾਈਡਨ ਟਰੂਡੋ ਨੂੰ ਲਗਾਉਣਗੇ ਪਹਿਲੀ ਕਾਲ। ਪੁਤਿਨ ਦੇ ਨਾਲ ਗੱਲਬਾਤ ਦੀ ਅਜੇ ਨਹੀਂ ਹੈ ਜਾਣਕਾਰੀ। ਐਕਸਪ੍ਰੈਸ ਐਂਟਰੀ ਨੇ ਕੱਢਿਆ ਡਰਾ। 2021 ਦੇ ਤੀਜੇ ਡਰਾ ਦਾ ਕੀਤਾ ਗਿਆ ਐਲਾਨ। ਪ੍ਰਾਊਡ ਬॉयਜ਼ ਦਾ ਪ੍ਰਬੰਧਕ ਗ੍ਰਿਫਤਾਰ। ਅਮਰੀਕਾ ਦੇ ਵਿੱਚ ਹੋਈ ਹਿੰਸਾ ਦੇ ਕਾਰਨ ਕੀਤਾ ਗਿਆ ਗ੍ਰਿਫਤਾਰ। ਬ੍ਰਿਟਿਸ਼ ਕੋਲੰਬੀਆ ਬਾਰਡਰ ਬੰਦ ਕਰਨ ਦੀ ਉੱਠੀ ਮੰਗ। ਜੌਨ ਹੌਰਗਨ ਨੂੰ ਸਖਤੀ ਕਰਨ ਦੇ ਲਈ ਅਪੀਲ। ਓਨਟਾਰੀਓ ਦੇ ਕਿਸਾਨਾਂ ਨੇ ਕੀਤੀ ਕੈਨੇਡਾ ਸਰਕਾਰ ਤੋਂ ਮੰਗ। ਕਿਹਾ ਆਪਣੇ ਨਿਯਮ ਦੇ ਉੱਪਰ ਵਿਚਾਰ ਕਰੇ ਸਰਕਾਰ। ਕੈਨੇਡਾ ਵੱਲੋਂ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਰੋਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਜਾਣੀ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਜੋ ਰੋਕ ਲਗਾਈ ਗਈ ਹੈ ਉਹ ਹੁਣ 21 ਫਰਵਰੀ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ ਯੂਐਸ ਕੈਨੇਡਾ ਬਾਰਡਰ 21 ਫਰਵਰੀ ਤੱਕ ਬੰਦ ਰਹਿਣਗੇ, ਇਸ ਦਾ ਐਲਾਨ ਕੀਤਾ ਗਿਆ ਸੀ। ਪਰ ਹੁਣ ਇੰਟਰਨੈਸ਼ਨਲ ਫਲਾਈਟਸ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਮਾਰਚ ਮਹੀਨੇ ਤੋਂ ਹੀ ਯੂਐਸ ਕੈਨੇਡਾ ਬਾਰਡਰ ਅਤੇ ਨਾਲ ਹੀ ਇਹਨਾਂ ਉਡਾਨਾਂ ਦੇ ਉੱਪਰ ਰੋਕ ਵੀ ਲਗਾਈ ਗਈ ਹੈ। ਕੋਵਿਡ-19 ਵਾਇਰਸ ਦੇ ਚੱਲਦਿਆਂ ਇਸ ਨੂੰ ਅੱਗੇ ਵਧਾਇਆ ਗਿਆ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਫਲਾਈਟਸ ਦੇ ਉੱਪਰ ਲੱਗੀ ਪਾਬੰਦੀ ਨੂੰ ਫਰਵਰੀ ਮਹੀਨੇ ਤੱਕ ਵਧਾ ਦਿੱਤਾ ਹੈ। ਹੁਣ ਇਹ ਰੋਕ 21 ਫਰਵਰੀ 2021 ਤੱਕ ਜਾਰੀ ਰਹੇਗੀ। ਇਹ ਪਾਬੰਦੀਆਂ ਨਾਨ ਐਸੈਂਸ਼ੀਅਲ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਲਗਾਈਆਂ ਗਈਆਂ ਹਨ। ਫੈਡਰਲ ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਨੇ ਇਸ ਮਹੀਨੇ ਦੀਆਂ ਉਡਾਨਾਂ ਤੇ ਪਾਬੰਦੀਆਂ ਤੇ ਰੋਕ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਖਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗੀ ਕਿਉਂਕਿ ਅਜੇ ਵੀ ਕੋਵਿਡ-19 ਵਾਇਰਸ ਦਾ ਫੈਲਾਅ ਲਗਾਤਾਰ ਜਾਰੀ ਹੈ। ਪਿਛਲੇ ਹਫ਼ਤੇ ਅਮਰੀਕਾ ਤੋਂ ਆਉਣ ਵਾਲਿਆਂ ਦੇ ਲਈ 21 ਫਰਵਰੀ ਤੱਕ ਰੋਕ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਇਹ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਪਾਬੰਦੀਆਂ 21 ਫਰਵਰੀ 2021 ਤੱਕ ਜਾਰੀ ਰਹਿਣਗੀਆਂ, ਇਸ ਦਾ ਐਲਾਨ ਕੀਤਾ ਗਿਆ। ਕੈਨੇਡਾ ਯੂਐਸ ਬਾਰਡਰ ਮਾਰਚ ਮਹੀਨੇ ਤੋਂ ਹੀ ਬੰਦ ਪਿਆ ਹੈ। ਵਾਇਰਸ ਤੋਂ ਬਚਾਅ ਦੇ ਲਈ ਇਸ ਨੂੰ ਬੰਦ ਕੀਤਾ ਗਿਆ। ਅਮਰੀਕਾ ਵਾਲੇ ਪਾਸੇ ਤੋਂ ਕੋਸ਼ਿਸ਼ ਹੋ ਚੁੱਕੀ ਹੈ ਕਿ ਇਸ ਬਾਰਡਰ ਨੂੰ ਖੋਲ੍ਹਿਆ ਜਾਵੇ, ਪਰ ਕੈਨੇਡਾ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦਾ। ਇਸੇ ਦੇ ਚੱਲਦਿਆਂ ਅੱਜ ਵੀ ਇਸ ਦੇ ਉੱਪਰ ਪਾਬੰਦੀ ਨੂੰ ਬਰਕਰਾਰ ਰੱਖਿਆ ਹੋਇਆ ਹੈ। ਸਿਰਫ ਐਸੈਂਸ਼ੀਅਲ ਟਰੈਵਲ ਜਾਂ ਫਿਰ ਜ਼ਰੂਰੀ ਆਉਣ ਜਾਣ ਵਾਲਿਆਂ ਨੂੰ ਹੀ ਇੱਥੋਂ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਵਾਇਰਸ ਤੋਂ ਬਚਾਅ ਦੇ ਲਈ ਮਾਰਚ ਮਹੀਨੇ ਤੋਂ ਹੀ ਟਰੈਵਲ ਰੈਸਟ੍ਰਿਕਸ਼ਨਸ ਵੀ ਲਗਾਈਆਂ ਗਈਆਂ। ਜਨਵਰੀ 7 ਤੋਂ ਇੱਕ ਨਵਾਂ ਨਿਯਮ ਵੀ ਕੈਨੇਡਾ ਵੱਲੋਂ ਲਾਗੂ ਕੀਤਾ ਜਾ ਚੁੱਕਿਆ ਹੈ, ਜਿਸ ਦੇ ਤਹਿਤ ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਆਪਣਾ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਪਵੇਗਾ ਅਤੇ ਇਹ ਨੈਗੇਟਿਵ ਟੈਸਟ PCR ਟੈਸਟ ਹੋਣਾ ਜ਼ਰੂਰੀ ਹੈ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕਿਬੈਕ ਦੇ ਪ੍ਰੀਮੀਅਰ ਨੇ ਵੀ ਸਰਕਾਰ ਤੋਂ ਅਪੀਲ ਕੀਤੀ ਸੀ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਪਾਬੰਦੀਆਂ ਨੂੰ ਬਰਕਰਾਰ ਰੱਖਿਆ ਜਾਵੇ ਕਿਉਂਕਿ ਕੋਵਿਡ-19 ਦੇ ਫੈਲਾਅ ਨੂੰ ਜੇਕਰ ਰੋਕਣਾ ਹੈ ਤਾਂ ਫਿਰ ਅਜਿਹੇ ਸਖਤ ਫੈਸਲੇ ਲੈਣੇ ਹੀ ਪੈਣਗੇ। ਜੋ ਬਾਈਡਨ ਦੀ ਪ੍ਰੈਸ ਸੈਕਟਰੀ ਵੱਲੋਂ ਆਪਣੀ ਪਹਿਲੀ ਬਰੀਫਿੰਗ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਬਾਈਡਨ ਦੀ ਪਹਿਲੀ ਕਾਲ ਜਸਟਿਨ ਟਰੂਡੋ ਨੂੰ ਜਾਏਗੀ। ਵਲਾਦੀਮੀਰ ਪੁਤਿਨ ਨੂੰ ਕਦੋਂ ਉਹਨਾਂ ਵੱਲੋਂ ਕਾਲ ਕੀਤੀ ਜਾਏਗੀ, ਜਾਣੀ ਉਹਨਾਂ ਦੇ ਨਾਲ ਕਦੋਂ ਗੱਲਬਾਤ ਕਰਨਗੇ, ਇਸ ਦੇ ਬਾਰੇ ਪੁਸ਼ਟੀ ਅਜੇ ਉਹਨਾਂ ਵੱਲੋਂ ਨਹੀਂ ਕੀਤੀ ਗਈ, ਨਾ ਹੀ ਉਹਨਾਂ ਕੋਲ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਹੈ। ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਪਹਿਲ ਦੇ ਆਧਾਰ ਦੇ ਉੱਪਰ ਗੱਲਬਾਤ ਜੋ ਬਾਈਡਨ ਵੱਲੋਂ ਕੀਤੀ ਜਾਵੇਗੀ। ਜੋ ਬਾਈਡਨ ਵੱਲੋਂ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਜਾ ਚੁੱਕੀ ਹੈ। ਅਜਿਹੇ 'ਚ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਬਾਈਡਨ ਦੀ ਪਹਿਲੀ ਕਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਵੇਗੀ, ਪਰ ਇਹ ਨਹੀਂ ਪਤਾ ਕਿ ਇਹ ਕਾਲ ਵਲਾਦੀਮੀਰ ਪੁਤਿਨ ਨੂੰ ਕਦੋਂ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰੈਸ ਸੈਕਟਰੀ ਜੇਨ ਸਾਕੀ ਨੇ ਵਾਈਟ ਹਾਊਸ ਦੀ ਆਪਣੀ ਪਹਿਲੀ ਬਰੀਫਿੰਗ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਸਨੇ ਦੱਸਿਆ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਇਸ ਹਫ਼ਤੇ ਦੇ ਅੰਤ ਤੱਕ ਵਿਦੇਸ਼ੀ ਨੇਤਾਵਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਉਹਨਾਂ ਦਾ ਇਹ ਪਹਿਲਾ ਕਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਵੇਗਾ। ਜਾਣਕਾਰੀ ਮੁਤਾਬਕ ਇਹ ਪਹਿਲੀ ਕਾਲ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੀਤੀ ਜਾਵੇਗੀ। ਉਸਨੇ ਦੱਸਿਆ ਕਿ ਉਮੀਦ ਹੈ ਕਿ ਜੋ ਬਾਈਡਨ ਕੈਨੇਡਾ ਦੇ ਨਾਲ ਬਿਹਤਰ ਰਿਸ਼ਤੇ ਬਣਾਉਣਗੇ ਅਤੇ ਕੀਸਟੋਨ ਪਾਈਪਲਾਈਨ ਦੇ ਬਾਰੇ ਵਿੱਚ ਵੀ ਉਹਨਾਂ ਵੱਲੋਂ ਚਰਚਾ ਕੀਤੀ ਜਾ ਸਕਦੀ ਹੈ। ਹਾਲਾਂਕਿ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕਰਨ ਦੀ ਅਜੇ ਕੋਈ ਵੀ ਯੋਜਨਾ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ੁਰੂਆਤੀ ਗੱਲਬਾਤ ਸਾਂਝੇਦਾਰੀ ਅਤੇ ਸਹਿਯੋਗੀਆਂ ਦੇ ਨਾਲ ਕੀਤੀ ਜਾਵੇਗੀ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਅਤੇ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਖਤਰੇ ਤੋਂ ਦੂਰ ਕਰਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।
ਇੱਕ ਪਟੀਸ਼ਨ ਪਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੂੰ, ਜਿੱਥੇ ਮੰਗ ਕੀਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਬਾਰਡਰਸ ਨੂੰ ਨਾਨ ਐਸੈਂਸ਼ੀਅਲ ਟਰੈਵਲ ਵਾਸਤੇ 1 ਮਹੀਨੇ ਲਈ ਬੰਦ ਕੀਤਾ ਜਾਵੇ। ਉਹ ਇਸ ਕਰਕੇ ਕਿਉਂਕਿ ਕੋਵਿਡ-19 ਵਾਇਰਸ ਦਾ ਜੋ ਨਵਾਂ ਸਟ੍ਰੇਨ ਵੱਖ-ਵੱਖ ਦੇਸ਼ਾਂ ਦੇ ਵਿੱਚ ਮਿਲਿਆ ਹੋਇਆ ਹੈ, ਇਸ ਦੇ ਨਾਲ ਚਿੰਤਾ ਵੱਧ ਗਈ ਹੈ। ਇਸ ਦਾ ਫੈਲਾਅ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਾ ਹੋਵੇ, ਇਸ ਦੇ ਕਰਕੇ ਪ੍ਰੀਮੀਅਰ ਜੌਨ ਹੌਰਗਨ ਤੋਂ ਇਸ ਦੀ ਅਪੀਲ ਕੀਤੀ ਗਈ ਹੈ। ਇੱਕ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਕੋਵਿਡ ਕਾਰਨ ਬ੍ਰਿਟਿਸ਼ ਕੋਲੰਬੀਆ ਸਰਕਾਰ ਪ੍ਰੋਵਿੰਸ ਬਾਰਡਰ ਨੂੰ ਬੰਦ ਕਰੇ। ਇਸ ਪਟੀਸ਼ਨ ਦੇ ਪਿੱਛੇ ਵੈਂਕੂਵਰ ਆਈਲੈਂਡ ਦਾ ਰਹਿਣ ਵਾਲਾ ਕ੍ਰਿਸਟੀਨ ਸ਼ਾਮਿਲ ਹੈ। ਉਸਨੇ ਜੌਨ ਹੌਰਗਨ ਤੋਂ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਪ੍ਰੋਵਿੰਸ ਬਾਰਡਰ 1 ਮਹੀਨੇ ਲਈ ਬੰਦ ਰੱਖਣ ਦੀ ਮੰਗ ਕੀਤੀ ਹੈ। ਕ੍ਰਿਸਟੀਨ ਇੱਕ ਸਕੂਲ ਟੀਚਰ ਹੈ। ਉਸਨੇ ਦੱਸਿਆ ਕਿ ਉਹ ਨਵੇਂ ਕੋਵਿਡ ਵੇਰੀਐਂਟ ਤੋਂ ਕਾਫੀ ਚਿੰਤਤ ਹੈ। ਉਸਨੂੰ ਡਰ ਹੈ ਕਿ ਇਸ ਵਾਇਰਸ ਦਾ ਫੈਲਾਅ ਪ੍ਰੋਵਿੰਸ ਦੇ ਵਿੱਚ ਨਾ ਹੋ ਜਾਵੇ। ਕੈਨੇਡਾ ਰਿਸਰਚ ਚੇਅਰ ਪ੍ਰੋਫੈਸਰ ਨੇ ਵੀ ਆਪਣੀ ਸਹਿਮਤੀ ਇਸ ਦੇ ਉੱਪਰ ਪ੍ਰਗਟਾਈ ਹੈ ਕਿ ਟਰੈਵਲ ਰਿਸਟ੍ਰਿਕਸ਼ਨਸ ਨੂੰ ਸਖਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਈ ਜਗ੍ਹਾ ਦੇ ਉੱਪਰ ਕੋਵਿਡ-19 ਦਾ ਨਵਾਂ ਰੂਪ ਪਾਇਆ ਗਿਆ ਹੈ। ਜੇਕਰ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਹੋਰ ਸਖਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਇਹ ਨਵੇਂ ਕੋਵਿਡ ਸਟ੍ਰੇਨ ਦੇ ਫੈਲਣ ਤੋਂ ਉਸ ਨੂੰ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਐਸੈਂਸ਼ੀਅਲ ਟਰੈਵਲ ਬਹੁਤ ਜ਼ਰੂਰੀ ਹੈ, ਉਸ ਦੇ ਉੱਪਰ ਰੋਕ ਲਗਾਉਣ ਦੀ ਮੰਗ ਨਹੀਂ ਕੀਤੀ ਜਾ ਰਹੀ। ਨਾਲ ਹੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਕੁਆਰੰਟੀਨ ਦੇ ਨਿਯਮਾਂ ਨੂੰ ਵੀ ਸਖਤ ਕੀਤਾ ਜਾਵੇ। ਸੈਲਫ ਆਈਸੋਲੇਟ ਦੀ ਬਜਾਏ ਕੁਆਰੰਟੀਨ ਕੀਤਾ ਜਾਵੇ ਤਾਂ ਕਿ ਫਿਰ ਇਸ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ। ਏਅਰਲਾਈਨਸ ਤੋਂ ਬਾਅਦ ਹੁਣ ਓਨਟਾਰੀਓ ਦੇ ਕਿਸਾਨਾਂ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ। ਇਹ ਮੰਗ ਜੋ ਉਹਨਾਂ ਵੱਲੋਂ ਨਵੇਂ ਨਿਯਮ ਲਿਆਂਦੇ ਗਏ ਨੇ ਉਸ ਦੇ ਨਾਲ ਸੰਬੰਧਿਤ ਕੀਤੀ ਗਈ ਹੈ। ਦਰਅਸਲ 7 ਜਨਵਰੀ ਤੋਂ ਇਹ ਨਿਯਮ ਲਾਗੂ ਹੋਏ ਨੇ ਕਿ ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ ਆਪਣਾ ਕੋਵਿਡ ਨੈਗੇਟਿਵ ਟੈਸਟ ਦਿਖਾਉਣਾ ਪਵੇਗਾ। ਅਜਿਹੇ ਦੇ ਵਿੱਚ ਓਨਟਾਰੀਓ ਦੇ ਕਿਸਾਨਾਂ ਨੇ ਕਿਹਾ ਹੈ ਕਿ ਜਿਹੜੇ ਮਾਈਗ੍ਰੈਂਟ ਵਰਕਰਸ ਨੇ ਉਹਨਾਂ ਨੂੰ ਜੇਕਰ ਇਹ ਟੈਸਟ ਕਰਾਉਣਾ ਪੈਂਦਾ ਹੈ ਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਖਰਚਾ ਹੈ। ਪਹਿਲਾਂ ਹੀ ਕੋਵਿਡ ਕਰਕੇ ਵਰਕਰਸ ਦੀ ਕਮੀ ਹੈ ਤੇ ਇਸ ਦੇ ਨਾਲ ਹੋਰ ਜ਼ਿਆਦਾ ਜੋ ਪ੍ਰਭਾਵ ਹੈ ਪੈ ਸਕਦਾ ਹੈ। ਓਨਟਾਰੀਓ ਦੇ ਕਿਸਾਨਾਂ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ। ਉਹਨਾਂ ਸਰਕਾਰ ਨੂੰ ਕਿਹਾ ਹੈ ਕਿ ਮਾਈਗ੍ਰੈਂਟ ਵਰਕਰਸ ਦੇ ਪ੍ਰੀ ਡਿਪਾਰਚਰ ਕੋਵਿਡ-19 ਟੈਸਟ ਦੇ ਉੱਪਰ ਦੁਬਾਰਾ ਵਿਚਾਰ ਕੀਤੀ ਜਾਵੇ। ਸਰਕਾਰ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਜਿਸ ਵਿੱਚ ਉਹਨਾਂ ਕਿਹਾ ਕਿ ਕੈਨੇਡਾ ਆਉਣ ਵਾਲੇ ਹਰ ਵਿਅਕਤੀ ਨੂੰ ਕੋਵਿਡ-19 ਟੈਸਟ ਨੈਗੇਟਿਵ ਦਿਖਾਉਣਾ ਲਾਜ਼ਮੀ ਹੋਵੇਗਾ ਅਤੇ ਇਹ ਕੋਵਿਡ ਟੈਸਟ PCR ਟੈਸਟ ਹੋਣਾ ਜ਼ਰੂਰੀ ਹੈ। ਇਸ ਦੇ ਉੱਪਰ ਕਿਸਾਨਾਂ ਨੇ ਤਰਕ ਦਿੰਦਿਆਂ ਕਿਹਾ ਕਿ ਕਈ ਦੇਸ਼ਾਂ ਦੇ ਵਿੱਚ ਇਸ ਦਾ ਟੈਸਟ ਦਾ ਖਰਚਾ ਕਾਫੀ ਜ਼ਿਆਦਾ ਹੈ। ਓਨਟਾਰੀਓ ਫੈਡਰੇਸ਼ਨ ਆਫ ਐਗਰੀਕਲਚਰ ਦੇ ਡਾਇਰੈਕਟਰ ਕੀਥ ਨੇ ਕਿਹਾ ਕਿ ਕਈ ਦੇਸ਼ਾਂ ਦੇ ਵਿੱਚ ਇਸ ਟੈਸਟ ਦੇ ਲਈ $100 ਖਰਚਣੇ ਪੈਣਗੇ। ਉਹਨਾਂ ਕਿਹਾ ਕਿ ਕੋਵਿਡ ਕਾਰਨ ਪਹਿਲਾਂ ਹੀ ਵਰਕਰਸ ਦੀ ਕਾਫੀ ਜ਼ਿਆਦਾ ਕਮੀ ਹੈ। ਉਹਨਾਂ ਸੁਝਾਅ ਦਿੱਤਾ ਕਿ ਓਟਵਾ ਦੇ ਵਿੱਚ ਵਰਕਰਸ ਦਾ ਟੈਸਟ ਕੀਤਾ ਜਾਵੇ, ਜਿੱਥੇ ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਉੱਪਰ ਏਅਰਲਾਈਨਸ ਵੀ ਸਰਕਾਰ ਤੋਂ ਮੰਗ ਕਰ ਚੁੱਕੀਆਂ ਹਨ ਕਿ ਇਹਨਾਂ ਨਵੇਂ ਨਿਯਮਾਂ ਦੇ ਉੱਪਰ ਵਿਚਾਰ ਕੀਤੀ ਜਾਵੇ, ਕਿਉਂਕਿ ਇਸ ਦਾ ਅਸਰ ਏਅਰਲਾਈਨ ਦੇ ਉੱਪਰ ਵੀ ਪੈ ਰਿਹਾ ਹੈ। ਪਹਿਲਾਂ ਹੀ ਏਅਰਲਾਈਨਸ ਘਾਟੇ ਦੇ ਵਿੱਚ ਹਨ ਤੇ ਅਜਿਹੇ ਨਿਯਮਾਂ ਦੇ ਕਾਰਨ ਲੋਕ ਉਤਸ਼ਾਹਿਤ ਹੋ ਕੇ ਟਰੈਵਲ ਜਾਣੀ ਕਿ ਯਾਤਰਾ ਨਹੀਂ ਕਰਦੇ ਅਤੇ ਹੁਣ ਇਹ ਮੰਗ ਓਨਟਾਰੀਓ ਦੇ ਕਿਸਾਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ। US ਕੈਪੀਟਲ ਦੇ ਵਿੱਚ ਜੋ ਹਿੰਸਾ ਭੜਕੀ ਸੀ ਉਸ ਦੇ ਚੱਲਦਿਆਂ ਫਲੋਰੀਡਾ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਚੋਂ ਇੱਕ ਵਿਅਕਤੀ ਆਪਣੇ ਆਪ ਨੂੰ ਪ੍ਰਾਊਡ ਬॉयਜ਼ ਦਾ ਆਰਗੇਨਾਈਜ਼ਰ ਦੱਸ ਰਿਹਾ ਹੈ। ਜੋ ਇੱਕ ਅਰੈਸਟ ਐਫੀਡੇਵਿਟ ਹੈ ਉਹ ਜਾਰੀ ਕੀਤਾ ਗਿਆ। ਇਸ ਦੇ ਵਿੱਚ ਕਿਹਾ ਹੈ ਕਿ ਪ੍ਰਾਊਡ ਬॉयਜ਼ ਦਾ ਜੋ ਆਪਣੇ ਆਪ ਨੂੰ ਆਰਗੇਨਾਈਜ਼ਰ ਦੱਸ ਰਿਹਾ ਹੈ, ਇਸ ਵਿਅਕਤੀ ਨੇ ਵਾਕੀ ਟਾਕੀ ਲਗਾਈ ਹੋਈ ਸੀ, ਪਰ ਇਸਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹਨੂੰ ਨਹੀਂ ਪਤਾ ਕਿ ਇਸ ਪੂਰੇ ਮਾਮਲੇ ਨੂੰ ਕਿਸਨੇ ਅੰਜਾਮ ਦਿੱਤਾ ਹੈ, ਕਿਸਨੇ ਇਸ ਨੂੰ ਆਰਗੇਨਾਈਜ਼ ਕੀਤਾ ਸੀ। ਦੂਸਰਾ ਜੋ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਉਸਨੇ ਖੁਦ ਆਪਣੀ ਫੇਸਬੁੱਕ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਉਸਨੇ ਦਿਖਾਇਆ ਕਿ ਉਹ ਇਸ ਹਿੰਸਾ ਦੇ ਵਿੱਚ ਜਾਣੀ ਕਿ ਕੈਪੀਟਲ ਬਿਲਡਿੰਗ ਦੇ ਵਿੱਚ ਉਸ ਸਮੇਂ ਮੌਜੂਦ ਸੀ। ਅਮਰੀਕਾ ਦੇ ਵਿੱਚ ਜੋ US ਕੈਪੀਟਲ ਦੇ ਵਿੱਚ ਹਿੰਸਾ ਭੜਕੀ ਸੀ ਉਸ ਤੋਂ ਇੱਕ ਹਫ਼ਤਾ ਬਾਅਦ ਪ੍ਰਾਊਡ ਬॉयਜ਼ ਆਰਗੇਨਾਈਜ਼ਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਫਲੋਰੀਡਾ ਤੋਂ ਕੀਤੀ ਹੈ। 2 ਫਲੋਰੀਡਾ ਦੇ ਰਹਿਣ ਵਾਲੇ ਵਿਅਕਤੀ, ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਖੁਦ ਨੂੰ ਪ੍ਰਾਊਡ ਬॉयਜ਼ ਦਾ ਆਰਗੇਨਾਈਜ਼ਰ ਦੱਸ ਰਿਹਾ ਹੈ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਹ ਜਾਣਕਾਰੀ ਅਥਾਰਟੀਜ਼ ਨੇ ਦਿੱਤੀ ਹੈ। ਇਸ ਵਿਅਕਤੀ ਦੀ ਉਮਰ 37 ਸਾਲ ਅਤੇ ਨਾਮ ਯੂਸਫ ਵਿਗਸ ਹੈ। ਇਸ ਨੂੰ US ਕੈਪੀਟਲ ਦੇ ਵਿੱਚ ਦਾਖਲ ਹੋ ਕੇ ਹਿੰਸਾ ਦੇ ਵਿੱਚ ਸ਼ਾਮਿਲ ਹੋਣ ਦੇ ਜੁਰਮ ਦੇ ਵਿੱਚ ਸੈਂਟਰਲ ਫਲੋਰੀਡਾ ਤੋਂ ਫੜਿਆ ਗਿਆ। ਅਰੈਸਟ ਐਫੀਡੇਵਿਟ ਦੇ ਮੁਤਾਬਕ ਬਿਗਸ ਜਨਵਰੀ 6 ਨੂੰ ਹੋਈ ਹਿੰਸਾ ਦੇ ਵਿੱਚ ਸ਼ਾਮਿਲ ਸੀ। ਇਸ ਦੌਰਾਨ ਉਸ ਵੱਲੋਂ ਵਾਕੀ ਟਾਕੀ ਲਗਾਇਆ ਹੋਇਆ ਸੀ, ਪਰ FBI ਨੂੰ ਵਿਗਸ ਨੇ ਕਿਹਾ ਹੈ ਕਿ ਉਸ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਵੱਲੋਂ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਐਫੀਡੇਵਿਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੋਸ਼ਲ ਐਪ ਦੇ ਜ਼ਰੀਏ ਵਿਗਸ ਨੇ ਆਪਣੇ ਫਾਲੋਅਰਸ ਨੂੰ ਕਾਲੇ ਕੱਪੜੇ ਪਾਉਣ ਦੇ ਲਈ ਕਿਹਾ ਸੀ।
दूसरा व्यक्ति जो गिरफ्तार किया गया है उसका नाम जीसस रिवेरा है। रिवेरा ने खुद फेसबुक ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਦਿਖਾਇਆ ਕਿ ਉਹ ਯੂਐਸ ਕੈਪੀਟੋਲ ਦੇ ਵਿੱਚ ਦਾਖਲ ਹੋਇਆ। ਇਹ 5 ਮਿੰਟ ਦੀ ਵੀਡੀਓ ਉੱਥੇ ਖਤਮ ਹੁੰਦੀ ਹੈ ਜਦੋਂ ਉਹ ਕੈਪੀਟੋਲ ਦੀ ਤਾਕੀ ਤੋਂ ਛਾਲ ਮਾਰਦਾ ਹੈ। ਇਹ ਸਾਰੀ ਜਾਣਕਾਰੀ ਅਰੈਸਟ ਐਫੀਡੇਵਿਟ ਦੇ ਵਿੱਚ ਸਾਂਝੀ ਕੀਤੀ ਗਈ ਹੈ। ਵੌਇਸ ਆਫ ਅਮਰੀਕਾ ਦੇ ਮੁਖੀ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਜੋ ਬਾਈਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਅਹੁਦਾ ਛੱਡਿਆ। ਦੱਸ ਦਈਏ ਕਿ ਅਜਿਹੇ ਬਹੁਤ ਸਾਰੇ ਵਿਅਕਤੀ ਸਨ ਜਿਨ੍ਹਾਂ ਨੇ ਜੋ ਬਾਈਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਜਾਣੀ ਕਿ ਰਿਜ਼ਾਈਨ ਦਿੱਤਾ। ਖਬਰ ਸਾਹਮਣੇ ਆਈ ਹੈ ਕਿ ਵੌਇਸ ਆਫ ਅਮਰੀਕਾ ਦੇ ਮੁਖੀ ਨੇ ਅਸਤੀਫਾ ਦਿੱਤਾ ਹੈ। ਉਹਨਾਂ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ। ਜੀ ਹਾਂ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੁਣੇ ਗਏ ਵੌਇਸ ਆਫ ਅਮਰੀਕਾ ਦੇ ਨਾਲ ਜੁੜੇ ਨੈਟਵਰਕ ਦੇ ਮੁਖੀ ਮਾਈਕਲ ਪੈਕ ਨੂੰ ਬਾਈਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡਣਾ ਪਿਆ। ਪੈਕ ਦੇ ਸਟਾਫ ਨੇ ਹੀ ਉਹਨਾਂ ਖਿਲਾਫ ਬਗਾਵਤ ਕਰ ਦਿੱਤੀ ਅਤੇ ਉਹਨਾਂ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾਣ ਲੱਗੀ। ਟਰੰਪ ਨੇ ਮਾਈਕਲ ਪੈਕ ਨੂੰ 1 ਸਾਲ ਪਹਿਲਾਂ ਇੰਟਰਨੈਸ਼ਨਲ ਪ੍ਰਸਾਰਣ ਸੰਸਥਾ ਦਾ ਮੁਖੀ ਬਣਾਇਆ ਸੀ। ਇਸ ਵਾਸਤੇ ਉਹਨਾਂ ਨੇ ਹੀ ਪੈਕ ਦੀ ਚੋਣ ਕੀਤੀ ਸੀ। ਅਹੁਦੇ ਦੇ ਉੱਪਰ ਅਪਾਇੰਟ ਹੁੰਦਿਆਂ ਹੀ ਪੈਕ ਨੇ ਪੂਰੇ ਨੈਟਵਰਕ ਦੇ ਵਿੱਚ ਉਥਲ-ਪੁਥਲ ਮਚਾ ਦਿੱਤੀ। ਕਈ ਸੀਨੀਅਰ ਅਹੁਦਿਆਂ ਦੇ ਉੱਪਰ ਤਬਾਦਲੇ ਕੀਤੇ ਗਏ। ਦੱਸੀਏ ਕਿ ਜੋ ਬਾਈਡਨ ਵੱਲੋਂ ਇਸ ਦੇ ਉੱਪਰ ਇਤਰਾਜ਼ ਪ੍ਰਗਟਾਇਆ ਗਿਆ ਸੀ। ਦਰਅਸਲ ਇਸ ਏਜੰਸੀ ਦੀ ਕਾਰਜ ਪ੍ਰਣਾਲੀ ਦੇ ਪ੍ਰਬੰਧਨ ਨੂੰ ਲੈ ਕੇ ਜਾਣੀ ਕਿ ਮੇਨਟੇਨੈਂਸ ਨੂੰ ਲੈ ਕੇ ਰਾਸ਼ਟਰਪਤੀ ਬਾਈਡਨ ਵੱਲੋਂ ਇਸ ਦੇ ਉੱਪਰ ਇਤਰਾਜ਼ ਦਾ ਪ੍ਰਗਟਾਵਾ ਕੀਤਾ ਗਿਆ ਸੀ। ਜੋ ਬਾਈਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਦੇਖਿਆ ਗਿਆ ਕਿ ਵਾਈਟ ਹਾਊਸ ਤੋਂ ਲੈ ਕੇ ਅਮਰੀਕਾ ਦੇ ਕਈ ਪ੍ਰਮੁੱਖ ਸੰਸਥਾਵਾਂ ਦੇ ਵਿੱਚ ਅਸਤੀਫੇ ਦਿੱਤੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਸੀ। ਇਸੇ ਦੇ ਵਿੱਚ ਹੀ ਇੱਕ ਨਾਮ ਵੌਇਸ ਆਫ ਅਮਰੀਕਾ ਦੇ ਮੁਖੀ ਦਾ ਹੈ ਜਿਸ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ। ਪਰੰਪਰਾ ਦੇ ਅਨੁਸਾਰ ਸਾਬਕਾ ਰਾਸ਼ਟਰਪਤੀ ਨੂੰ ਆਉਣ ਵਾਲੇ ਰਾਸ਼ਟਰਪਤੀ ਦੇ ਲਈ ਜਾਣੀ ਕਿ ਨਵੇਂ ਰਾਸ਼ਟਰਪਤੀ ਦੇ ਲਈ ਇੱਕ ਲੈਟਰ ਜਾਣੀ ਕਿ ਪੱਤਰ ਛੱਡਣਾ ਪੈਂਦਾ ਹੈ। ਟਰੰਪ ਵੱਲੋਂ ਵੀ ਬਾਈਡਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਜੋ ਬਾਈਡਨ ਨੇ ਇਸ ਲੈਟਰ ਨੂੰ ਪੜ੍ਹਿਆ ਹੈ ਪਰ ਉਹਨਾਂ ਨੇ ਇਸ ਦੇ ਵਿੱਚ ਕੀ ਲਿਖਿਆ ਹੈ ਅਜੇ ਸਾਂਝਾ ਨਹੀਂ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਹ ਪੱਤਰ ਨਿੱਜੀ ਹੈ। ਉਹ ਪਹਿਲਾਂ ਟਰੰਪ ਦੇ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਹੀ ਇਸ ਨੂੰ ਸਾਂਝਾ ਕੀਤਾ ਜਾਵੇਗਾ। ਕੱਲ੍ਹ ਅਮਰੀਕਾ ਦੀ ਸਿਆਸਤ ਦੀ ਤਸਵੀਰ ਬਦਲ ਗਈ ਹੈ। ਜੋ ਬਾਈਡਨ ਹੁਣ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕ ਚੁੱਕੇ ਹਨ। ਡੋਨਾਲਡ ਟਰੰਪ ਵੱਲੋਂ ਵਾਈਟ ਹਾਊਸ ਛੱਡ ਦਿੱਤਾ ਗਿਆ ਹੈ। ਵਾਈਟ ਹਾਊਸ ਛੱਡਣ ਤੋਂ ਪਹਿਲਾਂ ਟਰੰਪ ਨੇ ਬਾਈਡਨ ਦੇ ਨਾਮ ਇੱਕ ਪੱਤਰ ਲਿਖਿਆ ਹੈ। ਅਮਰੀਕੀ ਟ੍ਰੈਡੀਸ਼ਨ ਦੇ ਮੁਤਾਬਕ ਸਾਬਕਾ ਰਾਸ਼ਟਰਪਤੀ ਆਪਣੇ ਉੱਤਰਾਧਿਕਾਰੀ ਦੇ ਲਈ ਇੱਕ ਪੱਤਰ ਵਾਈਟ ਹਾਊਸ ਦੇ ਓਵਲ ਦਫ਼ਤਰ ਦੇ ਵਿੱਚ ਛੱਡ ਕੇ ਜਾਂਦੇ ਹਨ। ਟਰੰਪ ਨੇ ਵੀ ਇਸ ਰਵਾਇਤ ਦੀ ਪਾਲਣਾ ਕੀਤੀ ਹੈ ਤੇ ਜੋ ਬਾਈਡਨ ਦੇ ਨਾਮ ਇੱਕ ਪੱਤਰ ਛੱਡਿਆ ਹੈ। ਹਾਲਾਂਕਿ ਟਰੰਪ ਨੇ ਕਈ ਟ੍ਰੈਡੀਸ਼ਨਸ ਦੀ ਅਣਦੇਖੀ ਵੀ ਕੀਤੀ ਹੈ। ਜੋ ਬਾਈਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਾਈਟ ਹਾਊਸ ਤੋਂ ਚਲੇ ਗਏ ਸਨ। ਉਹਨਾਂ ਦੀ ਜਗ੍ਹਾ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਇਹ ਸਾਰੀਆਂ ਰਸਮਾਂ ਨਿਭਾਈਆਂ। ਇਸ ਪੱਤਰ ਨੂੰ ਬਾਈਡਨ ਨੇ ਪੜ੍ਹਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਪੱਤਰ ਕਾਫੀ ਨਿੱਜੀ ਹੈ। ਇਸ ਬਾਰੇ ਮੈਂ ਉਦੋਂ ਤੱਕ ਨਹੀਂ ਦੱਸਾਂਗਾ ਜਦੋਂ ਤੱਕ ਮੈਂ ਉਹਨਾਂ ਦੇ ਨਾਲ ਗੱਲ ਨਹੀਂ ਕਰ ਲੈਂਦਾ। ਉਹਨਾਂ ਨੇ ਦੱਸਿਆ ਕਿ ਉਹ ਟਰੰਪ ਦੇ ਨਾਲ ਗੱਲਬਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਬਾਈਡਨ ਨੇ ਓਵਲ ਦਫ਼ਤਰ ਦੇ ਵਿੱਚ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਨ ਤੋਂ ਪਹਿਲਾਂ ਇਹ ਲੈਟਰ ਪੜ੍ਹਿਆ ਸੀ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੇਨ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਦੇ ਵਿੱਚ ਕਿਹਾ ਕਿ ਜਦੋਂ ਬਾਈਡਨ ਓਵਲ ਆਫਿਸ ਦੇ ਵਿੱਚ ਪੱਤਰ ਪੜ੍ਹ ਰਹੇ ਸਨ ਤਾਂ ਉਹ ਉੱਥੇ ਹੀ ਸੀ। ਭਾਵੇਂ ਸਾਕੀ ਨੇ ਵੀ ਪੱਤਰ ਨੂੰ ਬਹੁਤ ਨਿੱਜੀ ਦੱਸਿਆ ਹੈ। ਇਸ ਸੰਬੰਧ ਦੇ ਵਿੱਚ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਾਈਡਨ ਇਸ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕੇ ਹਨ। ਉਹਨਾਂ ਇਹ ਜ਼ਰੂਰ ਸਪਸ਼ਟ ਕੀਤਾ ਹੈ ਕਿ ਇਸ ਲੈਟਰ ਦੇ ਵਿੱਚ ਬਹੁਤ ਖਾਸ ਅਤੇ ਚੰਗੀਆਂ ਗੱਲਾਂ ਲਿਖੀਆਂ ਗਈਆਂ ਨੇ। ਜੋ ਬਾਈਡਨ ਨੇ ਅਮਰੀਕਾ ਦੇ 40ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਹੈ। ਹੁਣ ਉਹਨਾਂ ਦੀ ਕੈਬਨਿਟ ਕਿਸ ਤਰ੍ਹਾਂ ਦੀ ਹੋਏਗੀ ਹਰ ਕਿਸੇ ਦੀਆਂ ਇਸ ਦੇ ਉੱਪਰ ਨਿਗਾਹਾਂ ਟਿਕੀਆਂ ਹੋਈਆਂ ਨੇ। ਪਰ ਜੋ ਬਾਈਡਨ ਦੀ ਇੱਕ ਕੈਬਨਿਟ ਕਾਫੀ ਇਤਿਹਾਸਿਕ ਹੋਣ ਵਾਲੀ ਹੈ ਕਿਉਂਕਿ ਅਜਿਹਾ ਹੋਵੇਗਾ ਕਿ 5 ਔਰਤਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਤੁਸੀਂ ਆਪ ਇਸ ਰਿਪੋਰਟ ਦੇ ਵਿੱਚ ਦੇਖੋ ਕਿ ਕਿਸ ਨੂੰ ਕਿਹੜਾ ਅਹੁਦਾ ਦਿੱਤਾ ਗਿਆ ਹੈ। ਜੋ ਬਾਈਡਨ ਵੱਲੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਗਈ। ਉਧਰ ਇਤਿਹਾਸ ਰਚਦਿਆਂ ਕਮਲਾ ਹੈਰਿਸ ਨੇ ਵੀ ਅਮਰੀਕਾ ਦੀ ਪਹਿਲੀ ਔਰਤ ਉਪ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਹੈ। ਹੁਣ ਜੋ ਬਾਈਡਨ ਦਾ ਕੈਬਨਿਟ ਵੀ ਕੁਝ ਖਾਸ ਹੋਣ ਵਾਲਾ ਹੈ ਕਿਉਂਕਿ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਮੰਤਰੀ ਮੰਡਲ ਦੇ ਵਿੱਚ 5 ਔਰਤਾਂ ਸ਼ਾਮਿਲ ਕੀਤੀਆਂ ਜਾਣਗੀਆਂ। ਅਮਰੀਕੀ ਇਤਿਹਾਸ ਦੇ ਵਿੱਚ ਬਾਈਡਨ ਦਾ ਕੈਬਨਿਟ ਵੱਖਰਾ ਹੋਣ ਵਾਲਾ ਹੈ। ਇਸ ਮੰਤਰੀ ਮੰਡਲ ਦੇ ਵਿੱਚ ਬਹੁਤ ਕੁਝ ਪਹਿਲੀ ਵਾਰ ਹੋਵੇਗਾ ਜਿਵੇਂ ਕਿ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਔਰਤ ਉਪ ਰਾਸ਼ਟਰਪਤੀ ਬਣੀ ਹੈ। ਉਹ ਪਹਿਲੀ ਗੈਰ ਗੋਰੀ ਮਹਿਲਾ ਉਪ ਰਾਸ਼ਟਰਪਤੀ ਹੈ ਅਤੇ ਪਹਿਲੀ ਏਸ਼ੀਆਈ ਮੂਲ ਦੀ ਉਪ ਰਾਸ਼ਟਰਪਤੀ ਵੀ ਹੈ। ਡਾਬ ਹੈਲਟ ਪਹਿਲੀ ਨੇਟਿਵ ਅਮਰੀਕਨ ਕੈਬਨਿਟ ਸਕੱਤਰ ਬਣਾਈ ਜਾ ਰਹੀ ਹੈ। ਜੈਨੇਟ ਪਹਿਲੇ ਖਜ਼ਾਨਾ ਸਕੱਤਰ ਬਣਾਏ ਜਾਣਗੇ। ਲਾਈਟ ਪਹਿਲੇ ਗੈਰ ਗੋਰੇ ਰੱਖਿਆ ਮੰਤਰੀ ਬਣਾਏ ਜਾ ਰਹੇ ਨੇ।
ਐਲੈਜ਼ਾਂਡਰੇ ਪਹਿਲੇ ਸ਼ਰਨਾਰਥੀ ਹਨ ਜੋ ਅੰਦਰੂਨੀ ਸੁਰੱਖਿਆ ਦੀ ਸੰਭਾਲ ਕਰਨਗੇ। ਪੀਟ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਹੋਮੋਸੈਕਸ਼ੂਅਲ ਟਰਾਂਸਪੋਰਟ ਸਕੱਤਰ ਬਣਨਗੇ। ਐਵਰਲ ਹੈਨਿਸ ਪਹਿਲੀ ਮਹਿਲਾ ਡਾਇਰੈਕਟਰ ਹੋਵੇਗੀ। ਨੀਰਾ ਟੰਡਨ ਮੈਨੇਜਮੈਂਟ ਅਤੇ ਬਜਟ ਸੰਭਾਲਣ ਵਾਲੀ ਪਹਿਲੀ ਗੈਰ ਗੋਰੀ ਔਰਤ ਹੋਵੇਗੀ। ਵਨੀਤਾ ਗੁਪਤਾ ਪਹਿਲੀ ਗੈਰ ਗੋਰੀ ਡਿਪਾਰਟਮੈਂਟ ਆਫ ਜਸਟਿਸ ਸੰਭਾਲਣ ਵਾਲੀ ਔਰਤ ਹੋਵੇਗੀ। ਜ਼ੇਵੀਅਰ ਮਨੁੱਖੀ ਸੇਵਾਵਾਂ ਦੇ ਵਿੱਚ ਕੰਮ ਕਰਨ ਵਾਲੀ ਪਹਿਲੀ ਲਤੀਨੀ ਅਮਰੀਕਨ ਹੋਵੇਗੀ। तो इस बार अमेरिका के मंत्रिमंडल ਦੇ ਵਿੱਚ ਪਹਿਲੀ ਵਾਰ 5 ਔਰਤਾਂ ਸ਼ਾਮਿਲ ਹੋਣਗੀਆਂ। ਸਾਲ 2021 ਦੇ ਤੀਸਰੇ ਡਰਾਅ ਦਾ ਐਲਾਨ ਐਕਸਪ੍ਰੈਸ ਐਂਟਰੀ ਵੱਲੋਂ ਕੀਤਾ ਗਿਆ ਜਿਸ ਦੇ ਤਹਿਤ ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ 2 ਐਕਸਪ੍ਰੈਸ ਐਂਟਰੀ ਡਰਾਅ ਕੱਢੇ ਗਏ ਨੇ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟੀਚਾ ਰੱਖਿਆ ਗਿਆ ਹੈ ਕਿ ਵੱਧ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇ ਕਿਉਂਕਿ ਪਿਛਲੇ ਸਾਲ ਦਾ ਵੀ ਟੀਚਾ ਅਜੇ ਪੂਰਾ ਨਹੀਂ ਹੋਇਆ। ਇਸ ਦੇ ਚੱਲਦਿਆਂ ਹੁਣ ਜ਼ਿਆਦਾ ਨੂੰ ਮੌਕਾ ਦਿੱਤਾ ਜਾਵੇਗਾ ਜੋ ਉਹਨਾਂ ਦੇ ਡਰਾਅ ਕੱਢੇ ਜਾਣਗੇ। ਸੋ ਇਸ ਨਵੇਂ ਡਰਾਅ ਦੇ ਵਿੱਚ ਕੀ ਕੁਝ ਖਾਸ ਰਿਹਾ, ਕਿੰਨੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ, ਦੇਖੋ ਇਸ ਖਬਰ ਦੇ ਰਾਹੀਂ। ਕੈਨੇਡਾ ਵੱਲੋਂ 2021 ਦੇ ਤੀਸਰੇ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਹ ਐਲਾਨ 20 ਜਨਵਰੀ ਨੂੰ ਕੀਤਾ ਗਿਆ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 374 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ 2021 ਤੋਂ 2023 ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਐਕਸਪ੍ਰੈਸ ਐਂਟਰੀ ਦੇ ਰਾਹੀਂ 1,10,000 ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ। 3 ਪ੍ਰੋਗਰਾਮਾਂ ਦੇ ਤਹਿਤ IRCC ਵੱਲੋਂ ਐਕਸਪ੍ਰੈਸ ਐਂਟਰੀ ਇਨਵੀਟੇਸ਼ਨ ਜਾਰੀ ਕੀਤੇ ਜਾਂਦੇ ਹਨ। ਇਹ ਪ੍ਰੋਗਰਾਮ ਹਨ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਹਰ ਦੂਸਰੇ ਹਫ਼ਤੇ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਜਾਂਦਾ ਹੈ ਜਿਸ ਦੇ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ ਜ਼ਿਆਦਾ CRS ਸਕੋਰਸ ਹੁੰਦੇ ਹਨ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਦਿੱਤਾ ਜਾਂਦਾ ਹੈ। 2020 ਐਕਸਪ੍ਰੈਸ ਐਂਟਰੀ ਦੇ ਲਈ ਰਿਕਾਰਡ ਬ੍ਰੇਕਿੰਗ ਈਅਰ ਰਿਹਾ ਹੈ। ਚਾਹੇ ਇਸ ਦੌਰਾਨ ਕੋਵਿਡ-19 ਵਾਇਰਸ ਦਾ ਫੈਲਾਅ ਰਿਹਾ ਪਰ ਫਿਰ ਵੀ ਅਜਿਹਾ ਦੇਖਣ ਨੂੰ ਮਿਲਿਆ। ਹੁਣ ਕੈਨੇਡਾ ਦਾ ਟੀਚਾ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਹੈ ਕਿਉਂਕਿ ਕੈਨੇਡਾ ਨੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ 4 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਦਾ ਸਾਲਾਨਾ ਸਵਾਗਤ ਕਰਨ ਦਾ ਟੀਚਾ ਰੱਖਿਆ ਹੈ। ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਤੋਂ ਪਹਿਲਾਂ ਜਨਵਰੀ 6 ਅਤੇ ਜਨਵਰੀ 7 ਨੂੰ ਵੀ 2 ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਇਹ ਨਵਾਂ ਡਰਾਅ ਐਲਾਨਿਆ ਗਿਆ ਹੈ। ਦੱਸੀਏ ਕਿ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਮੀਗ੍ਰੇਸ਼ਨ ਮੰਤਰੀ ਨੂੰ ਕਿਹਾ ਗਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਬੁਲਾਇਆ ਜਾਵੇ ਤਾਂ ਕਿ ਇਸ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਮਿਲੇ। ਆਪਣੇ ਕਾਰਜਕਾਲ ਨੂੰ ਸੰਭਾਲਦਿਆਂ ਹੀ ਜੋ ਬਾਈਡਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਹਨ। ਉਹਨਾਂ ਨੇ ਦੇਸ਼ ਨਿਕਾਲਾ ਜਾਨੀ ਕਿ ਡਿਪੋਰਸ਼ਨ ਦੇ ਉੱਪਰ 100 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਜਾਨੀ 100 ਦਿਨਾਂ ਤੱਕ ਕਿਸੇ ਨੂੰ ਵੀ ਅਮਰੀਕਾ ਤੋਂ ਡਿਪੋਰਟ ਨਹੀਂ ਕੀਤਾ ਜਾਵੇਗਾ। ਅਮਰੀਕਾ ਫਿਰ ਤੋਂ ਵਿਸ਼ਵ ਸਿਹਤ ਸੰਗਠਨ ਦੇ ਵਿੱਚ ਸ਼ਾਮਿਲ ਹੋਏਗਾ। ਮੈਕਸੀਕੋ ਦੀ ਜਿਹੜੀ ਕੰਧ ਦੀ ਉਸਾਰੀ ਕੀਤੀ ਜਾ ਰਹੀ ਹੈ ਉਸ ਦੇ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਕਿ ਉਹ ਦੱਸਣਾ ਚਾਹੁੰਦੇ ਨੇ ਕਿ ਜੋ ਇਮੀਗ੍ਰੇਸ਼ਨ ਪ੍ਰੋਸੈਸ ਹੈ ਅਮਰੀਕਾ ਦਾ ਉਹ ਕਾਫੀ ਜ਼ਿਆਦਾ ਪਾਰਦਰਸ਼ੀ ਹੈ, ਨਿਰਪੱਖ ਹੈ। ਇਹ ਸਭ ਨੂੰ ਦੱਸਦਿਆਂ ਉਹਨਾਂ ਵੱਲੋਂ ਕਈ ਫੈਸਲੇ ਕੀਤੇ ਗਏ ਹਨ। ਕਿਹੜੇ ਫੈਸਲੇ ਉਹਨਾਂ ਨੇ ਆਪਣੇ ਕਾਰਜਕਾਲ ਨੂੰ ਸੰਭਾਲਦਿਆਂ ਕੀਤੇ, ਦੇਖੋ ਇਸ ਖਬਰ ਦੇ ਰਾਹੀਂ। ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਨੇ 100 ਦਿਨਾਂ ਵਾਸਤੇ ਡਿਪੋਰਸ਼ਨ ਜਾਨੀ ਕਿ ਦੇਸ਼ ਨਿਕਾਲੇ ਦੇ ਉੱਪਰ ਰੋਕ ਲਗਾ ਦਿੱਤੀ ਹੈ। ਇਹ ਵੱਡੀ ਅਪਡੇਟ ਅਮਰੀਕਾ ਤੋਂ ਸਾਹਮਣੇ ਆਈ ਹੈ। ਡਿਪਾਰਟਮੈਂਟ ਨੇ ਖੁਦ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਐਲਾਨ ਉਸ ਲਿਸਟ ਦਾ ਹਿੱਸਾ ਹੈ ਜਿਹੜੇ ਜੋ ਬਾਈਡਨ ਨੇ ਰਾਸ਼ਟਰਪਤੀ ਦੀ ਕੁਰਸੀ ਸੰਭਾਲਦਿਆਂ ਹੀ ਬਦਲਾਵ ਕੀਤੇ ਹਨ। ਜੋ ਬਾਈਡਨ ਕੁਰਸੀ ਸਾਂਭਦੇ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ। ਉਹਨਾਂ ਸਹੁੰ ਚੁੱਕਣ ਤੋਂ ਬਾਅਦ ਕਈ ਫੈਸਲਿਆਂ ਦੇ ਉੱਪਰ ਦਸਤਖਤ ਕੀਤੇ ਜਿਨ੍ਹਾਂ ਦੇ ਵਿੱਚ ਡੋਨਲਡ ਟਰੰਪ ਦੇ ਡਿਸੀਜਨਸ ਨੂੰ ਬਦਲਿਆ ਗਿਆ। ਵਾਇਰਸ ਦੇ ਨਾਲ ਨਜਿੱਠਣ ਵਾਲੇ ਫੈਸਲਿਆਂ ਤੇ ਵੀ ਬਾਈਡਨ ਨੇ ਸਾਈਨ ਕੀਤੇ ਹਨ। ਹੁਣ ਅਮਰੀਕਾ ਦੇ ਵਿੱਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ। ਇਹਨਾਂ ਬਾਈਡਨ ਦੇ ਬਦਲੇ ਗਏ ਫੈਸਲਿਆਂ ਦੇ ਵਿੱਚ ਮੈਕਸੀਕੋ 'ਚ ਕੰਧ ਦੀ ਉਸਾਰੀ ਦੇ ਉੱਪਰ ਰੋਕ ਵੀ ਸ਼ਾਮਲ ਹੈ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਰੋਕਣ ਦੇ ਲਈ ਟਰੰਪ ਨੇ ਕੰਧ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਇਹਨਾਂ ਦੇ ਉੱਪਰ ਹੁਣ ਜੋ ਬਾਈਡਨ ਨੇ ਰੋਕ ਲਗਾ ਦਿੱਤੀ ਹੈ। ਹੋਮਲੈਂਡ ਸਿਕਿਉਰਿਟੀ ਸੈਕਟਰੀ ਡੇਵਿਡ ਨੇ ਦੱਸਿਆ ਹੈ ਕਿ ਉਹਨਾਂ ਨੂੰ 3 ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਰਿਵਿਊ ਕਰਨ ਦੇ ਲਈ ਕਿਹਾ ਗਿਆ ਹੈ। DHS ਦੇ ਬਿਆਨ ਦੇ ਮੁਤਾਬਕ ਜੋ ਦੇਸ਼ ਨਿਕਾਲੇ ਤੇ ਰੋਕ ਲਗਾਈ ਗਈ ਹੈ, ਇਹ ਫੈਸਲਾ ਇਹ ਦਿਖਾਉਂਦਾ ਹੈ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਇਫੈਕਟਿਵ ਅਤੇ ਨਿਰਪੱਖ ਹੈ ਜੋ ਨੈਸ਼ਨਲ ਸਿਕਿਉਰਿਟੀ, ਬਾਰਡਰ ਸਿਕਿਉਰਿਟੀ ਅਤੇ ਪਬਲਿਕ ਸੇਫਟੀ ਦੇ ਉੱਪਰ ਕੇਂਦਰਿਤ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਮੁਸਲਿਮ ਦੇਸ਼ ਅਤੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ਦੇ ਉੱਪਰ ਰੋਕ ਲਗਾਈ ਸੀ। ਨਾਲ ਹੀ ਜੋ ਬਾਈਡਨ ਨੇ ਵਿਸ਼ਵ ਸਿਹਤ ਸੰਗਠਨ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਵੀ ਲਿਆ ਹੈ
ਸੋ ਅਜਿਹੇ ਬਹੁਤ ਸਾਰੇ ਫੈਸਲੇ ਹਨ ਜੋ ਬਾਈਡਨ ਨੇ ਸਹੁੰ ਚੁੱਕਦਿਆਂ ਹੀ ਐਕਸ਼ਨ ਮੋਡ ਵਿੱਚ ਆ ਕੇ ਬਦਲਾਵ ਕੀਤੇ ਨੇ। ਹੁਣ ਸਭ ਦੀਆਂ ਨਿਗਾਹਾਂ ਅਮਰੀਕਾ ਦੀ ਇਹ ਬਦਲੀ ਹੋਈ ਸਿਆਸਤ ਦੀ ਤਸਵੀਰ ਦੇ ਉੱਪਰ ਹਨ। ਹੁਣ ਸਭ ਕੋਈ ਇਸ ਚੀਜ਼ ਵੱਲ ਧਿਆਨ ਦੇ ਰਿਹਾ ਹੈ ਕਿ ਜੋ ਬਾਈਡਨ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਨਾਂ ਫੈਸਲਿਆਂ ਨੂੰ ਹੋਰ ਬਦਲਿਆ ਜਾਂਦਾ ਹੈ ਜਾਂ ਫਿਰ ਉਹਨਾਂ ਵੱਲੋਂ ਕਿਹੜੇ ਹੋਰ ਫੈਸਲੇ ਲਾਗੂ ਕੀਤੇ ਜਾਂਦੇ ਹਨ। ਕੱਲ ਜੋ ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਸਹੁੰ ਚੁੱਕੀ ਹੈ ਤੇ ਕਾਰਜਕਾਲ ਸੰਭਾਲਦਿਆਂ ਹੀ ਉਹਨਾਂ ਵੱਲੋਂ ਇਹ ਵੱਡੇ ਫੈਸਲੇ ਜਾਣੀ ਕਿ ਟਰੰਪ ਦੇ ਕੁਝ ਫੈਸਲਿਆਂ ਨੂੰ ਬਦਲਿਆ ਗਿਆ ਹੈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਹਨ, ਇਸ ਦੀ ਜਾਣਕਾਰੀ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਲ ਹੀ ਦੱਸਾਂਗੇ ਕੈਨੇਡਾ ਦੇ ਵਿੱਚ ਕੀ ਇਸ ਸਮੇਂ ਕੇਸਿਸ ਓਵਰਵਿਊ ਹੈ, ਜਾਣੀ ਕਿ ਕੈਨੇਡਾ ਦੀ ਕਰੋਨਾ ਸਥਿਤੀ ਇਸ ਸਮੇਂ ਕੀ ਹੈ। ਦੱਸਿਏ ਕਿ ਕਿਊਬੈਕ ਦੇ ਪ੍ਰੀਮੀਅਰ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ, ਜੋ ਇੱਥੇ ਕਰਫਿਊ ਲਗਾਇਆ ਗਿਆ ਹੈ ਉਸ ਦਾ ਇੱਕ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ। ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2600 ਮਾਮਲੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਸਾਹਮਣੇ ਆਏ ਹਨ। ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਟੈਕਨੀਕਲ ਇਸ਼ੂ ਦੇ ਕਾਰਨ ਇਸ ਦੇ ਵਿੱਚ ਪਿਛਲੇ ਦਿਨ ਦੇ ਵੀ ਮਾਮਲੇ ਸ਼ਾਮਲ ਹਨ। 24 ਘੰਟਿਆਂ ਦੌਰਾਨ 70,000 ਦੇ ਕਰੀਬ ਕਰੋਨਾ ਵਾਇਰਸ ਦੇ ਟੈਸਟ ਕੀਤੇ ਗਏ। ਇਹ ਜਾਣਕਾਰੀ ਓਨਟਾਰੀਓ ਦੀ ਮਿਨਿਸਟਰੀ ਆਫ ਹੈਲਥ ਵੱਲੋਂ ਸਾਂਝੀ ਕੀਤੀ ਗਈ ਹੈ। ਇਨਫੈਕਸ਼ਨ ਦੇ ਕਾਰਨ ਇੱਥੇ 40 ਲੋਕਾਂ ਦੀ ਜਾਨ ਵੀ ਗਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 5,614 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,533 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 388 ਇੰਟੈਂਸਿਵ ਕੇਅਰ ਅਧੀਨ ਹਨ ਅਤੇ 293 ਵੈਂਟੀਲੇਟਰ ਦੇ ਉੱਪਰ ਨੇ। 24 ਘੰਟਿਆਂ ਦੌਰਾਨ ਇੱਥੇ 2,990 ਰਿਕਵਰਡ ਕੇਸਿਸ ਰਹੇ ਤੇ ਹੁਣ ਤੱਕ ਦਾ ਇਹ ਅੰਕੜਾ 2,15,887 ਦੇ ਕਰੀਬ ਹੈ। ਹੁਣ ਤੱਕ ਓਨਟਾਰੀਓ ਦੇ ਵਿੱਚ ਕੁੱਲ 2,47,564 ਮਾਮਲੇ ਸਾਹਮਣੇ ਆ ਚੁੱਕੇ ਹਨ। 897 ਟੋਰਾਂਟੋ ਤੋਂ, ਪੀਲ ਰੀਜਨ ਤੋਂ 412, ਯਾਰਕ ਰੀਜਨ ਤੋਂ 245 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਦੇ ਵਿੱਚ ਪ੍ਰੀਮੀਅਰ ਨੇ ਕਿਹਾ ਹੈ ਕਿ ਜੋ ਇੱਥੇ ਕਰਫਿਊ ਲਗਾਇਆ ਗਿਆ ਉਸ ਦੇ ਕਾਰਨ ਕੋਵਿਡ-19 ਮਾਮਲਿਆਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਫਿਰ ਹੋਰ ਵੀ ਸਖਤ ਨਿਯਮ ਲਾਗੂ ਕੀਤੇ ਜਾ ਸਕਦੇ ਹਨ। ਕਿਊਬੈਕ ਤੋਂ 1,624 ਮਾਮਲੇ ਸਾਹਮਣੇ ਆਏ ਅਤੇ 66 ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,48,860 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਪ੍ਰੋਵਿੰਸ ਦੇ ਵਿੱਚ ਗਿਣਤੀ 2,20,000 ਦੇ ਕਰੀਬ ਹੈ। ਮੈਨੀਟੋਬਾ ਦੇ ਵਿੱਚ ਵਾਇਰਸ ਕਾਰਨ 8 ਮੌਤਾਂ ਹੋਈਆਂ ਤੇ ਨਾਲ ਹੀ 198 ਨਵੇਂ ਕਰੋਨਾ ਇਨਫੈਕਸ਼ਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਟੋਬਾ ਦੇ ਵਿੱਚ 125 ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 7,30,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 18,578 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਰਿਕਵਰਡ ਹੋਣ ਵਾਲੇ ਕੇਸਿਸ ਇੱਥੇ 6,43,000 ਦੇ ਕਰੀਬ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਵਧਾਈ ਅੰਤਰਰਾਸ਼ਟਰੀ ਯਾਤਰਾ ਦੇ ਉੱਪਰ ਰੋਕ, 21 ਫਰਵਰੀ ਤੱਕ ਰੋਕ ਦਾ ਕੀਤਾ ਗਿਆ ਐਲਾਨ। ਬਾਈਡਨ ਟਰੂਡੋ ਨੂੰ ਲਗਾਉਣਗੇ ਪਹਿਲੀ ਕਾਲ, ਪੁਤਿਨ ਦੇ ਨਾਲ ਗੱਲਬਾਤ ਦੀ ਅਜੇ ਨਹੀਂ ਹੈ ਜਾਣਕਾਰੀ। ਐਕਸਪ੍ਰੈਸ ਐਂਟਰੀ ਨੇ ਕੱਢਿਆ ਡਰਾ, 2021 ਦੇ ਤੀਜੇ ਡਰਾ ਦਾ ਕੀਤਾ ਗਿਆ ਐਲਾਨ। ਪ੍ਰਾਊਡ ਬॉयਜ਼ ਦਾ ਪ੍ਰਬੰਧਕ ਗ੍ਰਿਫਤਾਰ, ਅਮਰੀਕਾ ਦੇ ਵਿੱਚ ਹੋਈ ਹਿੰਸਾ ਦੇ ਕਾਰਨ ਕੀਤਾ ਗਿਆ ਗ੍ਰਿਫਤਾਰ। ਬ੍ਰਿਟਿਸ਼ ਕੋਲੰਬੀਆ ਬਾਰਡਰ ਬੰਦ ਕਰਨ ਦੀ ਉੱਠੀ ਮੰਗ, ਜੌਨ ਹੌਰਗਨ ਨੂੰ ਸਖਤੀ ਕਰਨ ਦੇ ਲਈ ਅਪੀਲ। ਓਨਟਾਰੀਓ ਦੇ ਕਿਸਾਨਾਂ ਨੇ ਕੀਤੀ ਕੈਨੇਡਾ ਸਰਕਾਰ ਤੋਂ ਮੰਗ, ਕਿਹਾ ਆਪਣੇ ਨਿਯਮ ਦੇ ਉੱਪਰ ਵਿਚਾਰ ਕਰੇ ਸਰਕਾਰ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।